4 ਵਜੇ ਕਾਲ ਆਈ ਹੈ ਇਕਰਾ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੈ। ਤੁਸੀਂ ਇੱਥੇ ਹਸਪੀਟਲ ਆਇਓ। ਕੁਛ ਉਹਨਾਂ ਨੇ ਕਿਹਾ ਬਹੁਤ ਜ਼ਿਆਦਾ ਹੀ ਅੱਛੇ ਨੇ, ਪਰ ਹੁਣ ਅੱਛਾਈ ਦਾ ਪਤਾ ਚੱਲ ਰਿਹਾ। ਜਿਸ ਤਰ੍ਹਾਂ ਉਹਨਾਂ ਨੇ ਸਾਡੀ ਭੈਣ ਤੇ ਜ਼ੁਲਮ ਕੀਤਾ ਨਾ, ਹੁਣ ਅੱਛਾਈ ਦਾ ਪਤਾ ਦਰਵਾਜ਼ੇ 'ਚ ਹੀ ਇਕਰਾ ਨੂੰ ਵੇਖਿਆ, ਉੱਥੋਂ ਹੀ ਅੰਮੀ ਚੀਕਾਂ ਮਾਰਦੇ ਬਾਹਰ ਆ ਗਏ। ਉਹਦਾ ਕੋਈ ਹਾਲ ਹੀ ਨਹੀਂ ਹੈ, ਵੇਖਣ ਦੇ ਕਾਬਲ ਉਹਨੇ ਛੱਡਿਆ ਹੀ ਨਹੀਂ। ਇੰਨੀ ਬੇਦਰਦੀ ਨਾਲ ਮਾਰਿਆ ਗਿਆ। ਇਸ ਤਰ੍ਹਾਂ ਤੇ ਕੋਈ ਜਾਨਵਰ ਨੂੰ ਵੀ ਨਹੀਂ ਮਾਰਦਾ ਜਿਸ ਤਰ੍ਹਾਂ ਉਹਨਾਂ ਨੇ ਸਾਡੀ ਬੱਚੀ ਨੂੰ ਮਾਰਿਆ ਗਿਆ। ਉਹਦੀ ਸੱਸ ਵੀ ਉੱਥੇ ਹੀ, ਸਹੁਰਾ ਵੀ ਹੀ, ਉਹਦਾ ਚਾਚੂ ਸਹੁਰਾ ਵੀ ਹੀ, ਉਹਦੀ ਚਾਚੀ ਵੀ ਉੱਥੇ ਹੀ। ਤਾਂ ਲੈ ਕੇ ਗਏ ਨੇ ਇੱਥੋਂ, ਉੱਥੇ ਜਾ ਕੇ ਇਕਰਾ ਦੇ ਨਾਲ ਇੰਨਾ ਬੁਰਾ ਵਰਤਾਓ ਉਹਨਾਂ ਨੇ ਕੀਤਾ, ਇੰਨਾ ਜ਼ੁਲਮ ਕੀਤਾ ਗਿਆ। ਸਾਡੀ ਬੱਚੀ ਉੱਠਦੀ ਤੇ ਸਾਨੂੰ ਦੱਸਦੀ ਮੇਰੇ ਤੇ ਕਿਸ ਵਜ੍ਹਾ ਤੋਂ ਜ਼ੁਲਮ ਕੀਤਾ। ਇੱਧਰ ਵੇਖ ਕੇ ਰੋਣ ਲੱਗ ਗਏ ਹਨ, ਨਰਸਾਂ ਦੀਆਂ ਹਨ ਚੈੱਕ ਕਰਨ, ਉਹ ਰੋਣ ਲੱਗ ਜਾਂਦੀਆਂ ਕਿ ਇੰਨਾ ਬੱਚੀ ਦਾ बुरा हाल। नाज़रीन, मानावाला में कत्ल होने वाली इकरा की वालदा का आपने मौक़िफ़ सुना कि वो ज़ारो कतार रो रही है और रियासत से इंसाफ का मुतालबा कर रही है। हमारे साथ इकरा की बहनें भी मौजूद हैं। जब इन्होंने अपनी बहन की मौत की खबर सुनी तो यकीन करें कि इन पर जो क़यामत टूटी थी। शहर लाहौर का वो हॉस्पिटल जो जिस हॉस्पिटल की दीवारें इनकी चीखें सुन कर वो शायद ये महसूस कर रही हो कि इनके साथ जुल्म हुआ है। ये बहनों ने अपनी बहन की मैयत को उठाया और मानावाला के इस चौक में लाकर अपनी बहन की मैयत को रख के एहतजाज किया और रियासत से इंसाफ की भीख मांगी। लेकिन रियासत ने बदले में इनको क्या दिया, हम इन बहनों से जानते हैं कि क्या इनको लगता है कि इनको इनकी बहन के कत्ल का इंसाफ मिलेगा या फिर इंसाफ के लिए ये दर बदर जलीलो ख्वार होते रहेंगे। ये भी इसी तरह अदालतों में जलीलो ख्वार होंगे या फिर रियासत इनको ज़रूर इंसाफ देगी। हम बारी बारी अपनी बहनों से बात करते हैं कि क्या इनकी बहन का कसूर था कि इतना बेदर्दी से इनकी बहन को मौत के घाट उतार दिया, जिसकी अभी 6 माह पहले शादी हुई थी। और उसके बारे में ये भी बताया जा रहा है कि वो हामला भी थी, वो बच्चे की माँ बनने वाली थी। लेकिन जालिमों ने ये तक नहीं सोचा कि हम एक कत्ल नहीं बल्कि हम 2 कत्ल कर रहे हैं। और 2 कत्लों के मुकदमे के जो मुलजमान हैं वो अभी तक आज़ाद हैं। ये हमारी पुलिस की कारकर्दगी पर, ये मानावाला की पुलिस की कारकर्दगी पर भी एक बड़ा सवालिया निशान है। इनसे बात करते हैं। बाजी, मैंने तुसी दसो कि इकरा दे नाल की जुल्म होया सी जेड़ा इन्ना बेदर्दी दे नाल कत्ल कर दिता गया, ਉਹਦਾ कसूर की सी? भाई सानू कोई पता नहीं है ਉਹਦਾ ਕੀ ਕਸੂਰ ਸੀ। ਚੰਗੀ ਭਲੀ ਇਥੋਂ ਗਈ ਹੈ, ਕੋਈ ਮਸਲਾ ਨਹੀਂ ਹੈ ਇਥੋਂ। ਅੰਮੀ ਨਾਲ ਫਿਰ ਕੋਈ ਟੈਨਸ਼ਨ ਨਹੀਂ, ਉਹਨੂੰ ਖੁਸ਼ ਆਪਣੇ ਘਰ ਗਈ ਹੈ। ਆਪਣੇ ਘਰ ਆਪਣੇ ਮੀਆਂ ਦੇ ਨਾਲ, ਸਸੁਰਾਲ ਵਾਲੇ ਨਾਲ ਬਿਲਕੁਲ ਖੁਸ਼ ਸੀ। ਹਾਂਜੀ ਸਹੀ ਗਈ ਹੈ ਬਿਲਕੁਲ। ਕੋਈ ਉਹਨੂੰ ਜੇ ਕੋਈ ਮਸਲਾ ਹੁੰਦਾ ਤੇ ਸਾਨੂੰ ਦੱਸਦੀ, ਕੋਈ ਮਸਲਾ ਨਹੀਂ, ਸਹੀ ਚੰਗੀ ਭਲੀ ਇਥੋਂ ਗਈ ਹੈ। ਤੇ ਕੀ ਵਜ੍ਹਾ ਸੀ ਕਿ ਅਚਾਨਕ ਇੱਥੋਂ ਜਦੋਂ ਗਈ ਆਪਣੇ ਸਸੁਰਾਲ ਔਰ ਫਿਰ ਉਹਨਾਂ ਨੇ ਜ਼ੁਲਮ ਦੀ ਇੰਤਹਾ ਕਰ ਦਿੱਤੀ? ਅਸੀਂ ਤੇ ਉਹ ਤਸਵੀਰਾਂ ਦੇਖ ਕੇ ਹੈਰਾਨ, ਸਾਡੇ ਕੋਲ ਬਰਦਾਸ਼ਤ ਨਹੀਂ ਹੋ ਰਿਹਾ। ਭਾਈ ਹੁਣ ਸਾਨੂੰ ਨਹੀਂ ਪਤਾ ਹੈ ਕੀ ਮਸਲਾ ਬਣਿਆ ਕੀ ਨਹੀਂ ਬਣਿਆ। ਅਸੀਂ 10 ਵਜੇ ਕਾਲ ਕੀਤੀ ਹੈ ਤੇ ਉਹਨੇ ਕਿਹਾ ਮੇਰੇ ਸਿਰ ਨੂੰ ਦਰਦ ਅੰਮੀ ਹੋਣ ਡਈ ਹੈ, ਮੈਨੂੰ ਨੀਂਦ ਆਉਣ ਡਈ, ਮੈਂ ਸੌਣ ਲੱਗੀ ਆ। ਅਸੀਂ ਕਾਲ ਕੱਟਤੀ, ਅਸੀਂ ਕਿਹਾ ਠੀਕ ਹੈ ਸੁਬਾਹ ਹੀ ਤੈਨੂੰ ਕਾਲ ਕਰਾਂਗੇ। ਉਸ ਤੋਂ ਬਾਅਦ ਸੁਬਾਹ ਸਾਨੂੰ 4 ਵਜੇ ਕਾਲ ਆਈ ਹੈ ਇਕਰਾ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੈ, ਤੁਸੀਂ ਇੱਥੇ ਹਸਪੀਟਲ ਆਇਓ। ਤੇ ਅੱਬੂ ਅੰਮੀ ਇਹ ਫੋਨ ਕਿੰਨੇ ਕੀਤਾ ਸੀ ਕਿ ਇਕਰਾ ਦੀ ਤਬੀਅਤ ਖਰਾਬ ਹੈ? ਉਹਦੇ ਸਹੁਰੇ ਨੇ ਕੀਤਾ ਸੀ। ਅੱਛਾ, ਹਾਂਜੀ ਉਹਨੇ ਸਹੁਰੇ ਦਾ ਕੀ ਨਾਮ ਹੈਗਾ? ਸੰਬਰ। अच्छा, समर ने कॉल की थी कि इकरा दी तबीयत ठीक नहीं है ते ਅਸੀਂ ਹਸਪੀਟਲ ਲੈ ਕੇ ਜਾ ਰਹੇ ਹਾਂ। ਹਾਂਜੀ ਉਹਨੇ ਕਿਹਾ ਕਿ ਇਕਰਾ ਦੀ ਤਬੀਅਤ ਜਿਹੜੀ ਹੈ ਨਾ ਖਰਾਬ ਹੈ ਬਹੁਤ ਜ਼ਿਆਦਾ, ਤੇ ਤੁਸੀਂ ਨਾ ਇੱਥੇ ਲਾਹੌਰ ਆਇਓ। ਤੇ ਅੰਮੀ ਅੱਬੂ ਮੇਰਾ ਭਾਈ ਸਾਰੇ ਲਾਹੌਰ ਚਲ ਗਏ ਨੇ। ਉੱਥੇ ਜਦੋਂ ਉਹਨਾਂ ਨੇ ਇਹਨਾਂ ਨੂੰ ਵੇਖਿਆ ਨਾ, ਉੱਥੋਂ ਦੌੜ ਗਏ ਨੇ ਅੰਮੀ ਨਾਲ ਨੂੰ ਵੇਖ ਕੇ। ਅੱਛਾ, ਜਦੋਂ ਹਸਪੀਟਲ ਤੁਸੀਂ ਪਹੁੰਚੇ ਤੁਹਾਨੂੰ ਵੇਖ ਕੇ ਭਾਗ ਨੱਸ ਗਏ ਨੇ? ਹਾਂਜੀ, ਅੰਮੀ ਨਾਲ ਨੂੰ ਵੇਖ ਕੇ ਤੇ ਉੱਥੋਂ ਦੌੜ ਗਏ ਨੇ। ਕੌਣ ਲੈ ਕੇ ਇਕਰਾ ਨੂੰ ਹਸਪੀਟਲ ਪਹੁੰਚਿਆ ਸੀ ਸਸੁਰਾਲ ਵਾਲਿਆਂ ਚੋਂ? ਮੈਂ ਨਹੀਂ ਹਾਂ ਭਾਈ ਗਈ ਹੈ, ਕਹਿੰਦੇ ਇਕਰਾ ਦੀ ਸੱਸ ਵੀ ਉੱਥੇ ਹੀ, ਸਹੁਰਾ ਵੀ ਹੀ, ਉਹਦਾ ਚਾਚੂ ਸਹੁਰਾ ਵੀ ਹੀ, ਉਹਦੀ ਚਾਚੀ ਵੀ ਉੱਥੇ ਹੀ, ਚਾਚੀ ਸੱਸ ਵੀ ਇਕਰਾ ਦੀ ਉੱਥੇ ਹੀ। ਤੇ ਜਿਹੜਾ ਜ਼ੁਹੈਬ ਜਿਹੜਾ ਸ਼ੋਹਰ ਹੈਗਾ ਸੀ ਉਹ ਵੀ ਉੱਥੇ ਸੀ? ਜ਼ੁਹੈਬ ਨਹੀਂ ਹੈ ਉੱਥੇ। ਅੱਛਾ, ਹਾਂਜੀ ਉਹ ਨਹੀਂ ਹੈ ਉੱਥੇ, ਬਕਾਇਆ ਚਾਰੇ ਉੱਥੇ ਹੀ ਹਨ। ਅਗਰ ਬੱਚੀ ਦੀ ਤਬੀਅਤ ਖਰਾਬ ਸੀ ਤੇ ਫਿਰ ਉਹ ਨੱਸੇ ਕਿਉਂ ਸੀ? ਦੇਖ ਕੇ ਦੌੜ ਉਹਨਾਂ ਨੇ ਕਿਉਂ ਲਗਾਈ ਸੀ? ਪਤਾ ਨਹੀਂ, ਹੁਣ ਸਾਨੂੰ ਇਹ ਨਹੀਂ ਪਤਾ ਹੈ। ਪਰ ਜਦੋਂ ਉਹਨਾਂ ਨੇ ਅੰਮੀ ਨਾਲ ਵੇਖਿਆ ਨਾ, ਕਹਿੰਦੇ ਉੱਥੇ ਸਾਰੇ ਦੌੜ ਗਏ ਹਨ। ਅੰਮੀ ਉੱਥੇ ਗਏ ਨੇ, ਅੰਮੀ ਨੇ ਦਰਵਾਜ਼ੇ 'ਚ ਹੀ ਇਕਰਾ ਨੂੰ ਵੇਖਿਆ, ਉੱਥੋਂ ਹੀ ਅੰਮੀ ਚੀਕਾਂ ਮਾਰਦੇ ਬਾਹਰ ਆ ਗਏ। ਉਹਦਾ ਕੋਈ ਹਾਲ ਹੀ ਨਹੀਂ ਹੈ, ਵੇਖਣ ਦੇ ਕਾਬਲ ਉਹਨੇ ਛੱਡਿਆ ਹੀ ਨਹੀਂ ਹੈ ਕਿ ਉਹਦੇ ਖੂਨੋਂ ਖਵਾਨ ਹੋਈ ਸੀ। ਅੰਮੀ ਨੇ ਉਹਨੂੰ ਜਦੋਂ ਦੇਖਿਆ ਉੱਥੋਂ ਦੌੜੇ ਆਏ ਨੇ ਬਾਹਰ, ਚੀਕਾਂ ਮਾਰਨ ਲੱਗ ਗਏ। ਉੱਥੇ ਸਾਰਾ ਹਸਪੀਟਲ ਕਹਿੰਦੇ ਇਕੱਠਾ ਹੋ ਗਿਆ। ਉਹਨਾਂ ਨੇ ਕਿਹਾ, ਇਹਨਾਂ ਨੇ ਤੇ ਕਿਹਾ ਕਿ ਇਹਦਾ ਐਕਸੀਡੈਂਟ ਹੋਇਆ, ਪਰ ਮੇਰੀ ਅੱਬੀ ਨੇ ਫਿਰ ਉੱਥੇ ਰੋਲਾ ਪਾਇਆ ਕਿ ਇਹਨੂੰ ਸਹੁਰਿਆਂ ਨੇ ਮਾਰਿਆ। ਤੇ ਫਿਰ ਉੱਥੇ ਪਤਾ ਲੱਗਾ, ਸਾਰੇ ਕਹਿੰਦੇ ਕਿ ਇੱਥੇ ਰੋਲਾ ਇਹਨਾਂ ਨੇ ਪਾਇਆ, ਇਹਦਾ ਐਕਸੀਡੈਂਟ ਹੋਇਆ। ਯਾਨੀ ਕਿ ਉਹਨਾਂ ਨੇ ਹਸਪੀਟਲ ਇੰਤਜ਼ਾਮੀਆ ਨੂੰ, ਐਮਰਜੈਂਸੀ ਨੂੰ ਇਹੀ ਦੱਸਿਆ ਸੀ ਨਾ ਕਿ ਜੀ ਬੱਚੀ ਦਾ ਐਕਸੀਡੈਂਟ ਹੋ ਗਿਆ। ਤੇ ਉਹਨਾਂ ਨੇ ਵੀ ਦੇਖ ਕੇ ਜ਼ਾਹਿਰ ਬਾਤ ਹੈ ਨਾ, ਡਾਕਟਰ ਸੀ, ਉਹਨਾਂ ਨੇ ਤੇ ਜਾਨ ਬਚਾਉਣ ਦੀ ਕੋਸ਼ਿਸ਼ ਕਰਨੀ ਸੀ ਨਾ।
ਤੇ ਬਕਾਇਆ ਮੈਨੂੰ ਨਹੀਂ ਪਤਾ ਕੀ ਤੁਸੀਂ ਉਹ ਹੋਇਆ। ਤਸਵੀਰਾਂ ਦੇਖੀਆਂ ਨਾ ਇਕਰਾ ਦੀਆਂ, ਜਿਹੜੇ ਉਹਦੇ ਸਿਰ ਦੇ ਵਿੱਚ ਜ਼ਖਮ ਨੇ, ਹਾਂਜੀ, ਅੱਖਾਂ ਦੇ ਵਿੱਚ ਨੇ? ਹਾਂਜੀ ਵੇਖੀਆਂ ਤਸਵੀਰਾਂ ਭਾਈ, ਤਸਵੀਰਾਂ ਨਹੀਂ ਦੇਖੀਆਂ ਜਾਂਦੀਆਂ ਜਿਹੜਾ ਉਹਨਾਂ ਨੇ ਹਾਲ ਕੀਤਾ ਉਹਦਾ। ਉਹ ਤੁਸੀਂ ਸਮਝਦੇ ਹੋ ਕਿ ਇਕੱਲੇ ਜ਼ੁਹੇਬ ਨੇ ਉਹਦੇ ਤੇ ਨਹੀਂ ਤਸ਼ੱਦਦ ਭਾਈ, ਕੀਤਾ ਹੈ? ਇਕੱਲੇ ਦਾ ਕੰਮ ਹੀ ਨਹੀਂ ਹੈ ਉਹਦਾ, ਹਾਂ, ਇਕੱਲੇ ਦਾ ਕੰਮ ਨਹੀਂ ਹੈ। ਜਿੰਨਾ ਉਹਦਾ ਬੁਰਾ ਹਾਲ ਹੈ ਤੁਸੀਂ ਖੁਦ ਵੇਖ ਕੇ ਤੁਸੀਂ ਵੇਖ ਲਓ ਕਿ ਉਹਦਾ ਹਾਲ ਇੰਨਾ ਬੁਰਾ ਹੈ ਜੋ ਇਕੱਲਾ ਕਰ ਸਕਦਾ ਹੈ। ਤਸਵੀਰਾਂ ਕਹਿੰਦੇ ਨੇ ਉੱਥੇ ਡਾਕਟਰ ਵੇਖ ਕੇ ਰੋਣ ਲੱਗ ਗਏ ਹਨ, ਨਰਸਾਂ ਆਉਂਦੀਆਂ ਹਨ ਚੈੱਕ ਕਰਨ, ਉਹ ਰੋਣ ਲੱਗ ਜਾਂਦੀਆਂ ਕਿ ਇੰਨਾ ਬੱਚੀ ਦਾ ਬੁਰਾ ਹਾਲ, ਕਿਹੜੇ ਇੰਨੇ ਜ਼ਾਲਮ ਹੈ ਜਿਨ੍ਹਾਂ ਨੇ ਬੱਚੀ ਦਾ ਬੁਰਾ ਹਾਲ ਕਰਤਾ ਹੈ। ਤੁਹਾਨੂੰ ਇਕਰਾ ਨੇ ਯਕੀਨਨ, ਤੁਸੀਂ ਭੈਣਾਂ ਉਹਨਾਂ ਤੇ ਭੈਣਾਂ ਦੇ ਨਾਲ ਦੁੱਖ ਸੁੱਖ ਦੇ ਭੈਣਾਂ ਫੋਲਦੀਆਂ ਨੇ, ਤੇ ਕਦੀ ਇਕਰਾ ਨੇ ਦੱਸਿਆ ਕਿ ਮੈਂ ਸਸੁਰਾਲ ਦੇ ਵਿੱਚ ਜਾਂ ਸਸੁਰਾਲ ਲਈ ਮੇਰੇ ਨਾਲ ਕੁਝ ਅੱਛਾ ਸਲੂਕ ਨਹੀਂ ਕਰਦੇ? ਨਹੀਂ ਭਾਈ, ਕਦੀ ਉਹਨੇ ਕੋਈ ਗੱਲ ਨਹੀਂ ਕੀਤੀ ਹੈ। ਸਿਰਫ ਉਹ ਅੱਬੂ ਨਾਲ ਇੰਨਾ ਪਿਆਰ ਕਰਦੀ ਹੈ ਹੀ, ਉਹਨੂੰ ਹੁੰਦਾ ਸੀ ਕਿ ਅੱਬੂ ਨੂੰ ਕੋਈ ਟੈਨਸ਼ਨ ਨਾ ਮੈਂ ਤਾਂ, ਹਾਂ, ਕਿ ਸਾਡੀ ਵਜ੍ਹਾ ਤੋਂ ਅੱਬੂ ਹੁਣਾਂ ਨੂੰ ਕੋਈ ਟੈਨਸ਼ਨ ਨਾ ਆਏ। ਬਸ ਉਹ ਸਾਨੂੰ ਵੀ ਇਹ ਗੱਲ ਕਹਿੰਦੀ, ਅੱਬੂ ਜਿਹੜੇ ਬਿਮਾਰ ਰਹਿੰਦੇ ਨੇ ਅੱਬੂ ਨੂੰ ਕੋਈ ਟੈਨਸ਼ਨ ਨਾ ਦਿਆ ਕਰੋ, ਅੱਬੂ ਨੂੰ ਕੋਈ ਟੈਨਸ਼ਨ, ਹੋ ਸਕਦਾ ਕੋਈ ਮਸਲਾ ਹੋਏ ਵੀ ਅੱਬੂ ਨਾਲ ਟੈਨਸ਼ਨ ਤੇ ਨਾ ਦੱਸਦੀ ਹੋਏ। ਯਾਨੀ ਕਿ ਤੁਹਾਡੇ ਨਾਲ ਵੀ ਕਦੀ ਜ਼ਿਕਰ ਨਹੀਂ ਕੀਤਾ ਕਿਸੇ ਵੀ ਕਿਸਮ ਦਾ? ਕੋਈ ਗੱਲ ਨਹੀਂ ਕੀਤੀ ਹੈ। ਸਿਰਫ ਇਹ ਕਹਿੰਦੀ ਅੱਬੂ ਬਿਮਾਰ ਹੁੰਦਾ, ਅੱਬੂ ਲਾਗੇ ਕੋਈ ਟੈਨਸ਼ਨ ਵਾਲੀ ਗੱਲ ਨਾ ਕਰਿਆ ਕਰੋ, ਅੱਬੂ ਲਾਗੇ ਕੋਈ ਟੈਨਸ਼ਨ ਵਾਲੀ ਗੱਲ ਨਾ ਕਰਿਆ ਕਰੋ। ਬਾਜੀ ਤੁਸੀਂ ਕੀ ਕਹੋਗੇ? ਯਕੀਨਨ ਇਹ ਨਾਕਾਬਲੇ ਬਰਦਾਸ਼ਤ ਇੱਕ ਵਾਕਿਆ ਹੈ ਕਿ ਇੱਕ ਤੁਹਾਡੀ ਭੈਣ ਨੂੰ, ਜਿਹਨੂੰ ਤੁਸੀਂ 6 ਮਹੀਨੇ 7 ਮਹੀਨੇ ਪਹਿਲੇ ਇਸ ਘਰੋਂ ਰੁਖਸਤ ਕੀਤਾ ਸੀ, ਔਰ ਉਹਦੀ ਇਸ ਤਰ੍ਹਾਂ ਦੀ ਲਾਸ਼ ਇਸ ਘਰ ਦੇ ਵਿੱਚ ਵਾਪਸ ਆਈ ਹੈ ਕਿ ਉਹਨੂੰ ਵੇਖਿਆ ਵੀ ਨਹੀਂ ਜਾ ਸਕਦਾ ਵੀ। ਤੁਹਾਨੂੰ ਅੰਦਾਜ਼ਾ ਸੀ ਕਿ ਇਹ ਸਾਡੀ ਭੈਣ ਦੇ ਸਸੁਰਾਲ ਵਾਲੇ ਜਾਂ ਉਹਦਾ ਸ਼ੋਹਰ ਇਸ ਤਰ੍ਹਾਂ ਦਾ ਜ਼ੁਲਮ ਕਰ ਸਕਦਾ ਹੈ? ਬਈ ਅਸੀਂ ਤੇ ਉਹਨਾਂ ਦੀਆਂ ਤਾਰੀਫਾਂ ਇੰਨੀਆਂ ਕਰੀਦਾ ਸੀ ਕਿ ਇੰਨੇ ਅੱਛੇ ਲੋਕ ਨੇ। ਕੌਣ ਤਾਰੀਫਾਂ ਕਰਦੇ ਸੀ ਇਹਨਾਂ ਦੇ, ਇੰਨੇ ਅੱਛੇ ਲੋਕ ਨੇ? ਜਿਨ੍ਹਾਂ ਕੋਲ ਵੀ ਪੁੱਛੇ ਉਹਨਾਂ ਨੇ ਕਿਹਾ ਕਿ ਬਹੁਤ ਜ਼ਿਆਦਾ ਹੀ ਅੱਛੇ ਨੇ। ਜਿਹੜੇ ਕੋਲ ਵੀ ਪੁੱਛੇ ਉਹਨਾਂ ਨੇ ਕਿਹਾ ਬਹੁਤ ਜ਼ਿਆਦਾ ਹੀ ਅੱਛੇ ਨੇ। ਪਰ ਹੁਣ ਅੱਛਾਈ ਦਾ ਪਤਾ ਚੱਲ ਰਿਹਾ, ਜਿਸ ਤਰ੍ਹਾਂ ਉਹਨਾਂ ਨੇ ਸਾਡੀ ਭੈਣ ਤੇ ਜ਼ੁਲਮ ਕੀਤਾ ਨਾ, ਹੁਣ ਅੱਛਾਈ ਦਾ ਪਤਾ ਚੱਲ ਰਿਹਾ। ਇੰਨੇ ਬੇਦਰਦੀ ਨਾਲ ਮਾਰਿਆ ਗਿਆ, ਇਸ ਤਰ੍ਹਾਂ ਤੇ ਕੋਈ ਜਾਨਵਰ ਨੂੰ ਵੀ ਨਹੀਂ ਮਾਰਦਾ ਜਿਸ ਤਰ੍ਹਾਂ ਉਹਨਾਂ ਨੇ ਸਾਡੀ ਬੱਚੀ ਨੂੰ ਮਾਰਿਆ ਗਿਆ। ਇਹ ਤੁਹਾਡੇ ਰਿਸ਼ਤੇਦਾਰ ਸੀ ਸਸੁਰਾਲ ਵਾਲੇ? ਨਹੀਂ, ਸਾਡੇ ਰਿਸ਼ਤੇਦਾਰ ਨਹੀਂ ਸੀ, ਉਹ ਬੜੀ ਸਨ, ਸਾਡੇ ਕੁਝ ਵੀ ਨਹੀਂ ਸੀ ਲੱਗਦੇ। ਆ ਕਿਸੇ ਨੇ ਕਰਵਾਇਆ ਰਿਸ਼ਤਾ। ਅੱਛਾ, ਰਿਸ਼ਤਾ ਕਰਵਾਉਣ ਵਾਲੇ ਨੇ ਰਿਸ਼ਤਾ ਕਰਵਾਇਆ? ਹਾਂਜੀ। ਇਕਰਾ ਨੇ ਕਦੀ ਵੀ ਨਹੀਂ ਦੱਸਿਆ ਸ਼ਾਦੀ ਤੋਂ ਬਾਅਦ ਕਿ ਮੈਂ ਆਪਣੇ ਘਰ ਵਿੱਚ ਖੁਸ਼ ਹਾਂ, ਜਾਂ ਕੋਈ ਮੈਨੂੰ ਕੋਈ ਮਸਲਾ ਮਸਾਇਲ ਹੈ, ਜਾਂ ਫਿਰ ਸਸੁਰਾਲ ਵਾਲੇ ਕੋਈ ਡਿਮਾਂਡ ਕਰਦੇ ਹੋਣ? ਇਕਰਾ ਨੇ ਕਦੀ ਵੀ ਕੋਈ ਗੱਲ ਵੀ ਨਹੀਂ ਸੀ ਆਪਣੇ ਸਸੁਰਾਲ ਵਾਲਿਆਂ ਦੀ ਕੀਤੀ ਹੈ। ਸਿਰਫ ਜਦੋਂ ਵੀ ਉਹਨੇ ਆਈ ਕਹਿਣਾ ਕਿ ਮੈਂ ਆਪਣੇ ਘਰ ਖੁਸ਼ ਹਾਂ, ਮੈਨੂੰ ਕਿਸੇ ਚੀਜ਼ ਦੀ ਟੈਨਸ਼ਨ ਨਹੀਂ ਹੈ। ਪਤਾ ਨਹੀਂ ਕਿਸ ਤਰ੍ਹਾਂ ਦੀ ਵਜ੍ਹਾ ਬਣੀ, ਇਕਰਾ ਨੂੰ ਲੈ ਕੇ ਗਏ ਨੇ ਇੱਥੋਂ, ਉੱਥੇ ਜਾ ਕੇ ਇਕਰਾ ਦੇ ਨਾਲ ਇੰਨਾ ਬੁਰਾ ਵਰਤਾਓ ਉਹਨਾਂ ਨੇ ਕੀਤਾ, ਇੰਨਾ ਜ਼ੁਲਮ ਕੀਤਾ ਗਿਆ। ਸਾਡੀ ਬੱਚੀ ਉੱਠਦੀ ਤੇ ਸਾਨੂੰ ਦੱਸਦੀ ਮੇਰੇ ਤੇ ਕਿਸ ਵਜ੍ਹਾ ਤੋਂ ਜ਼ੁਲਮ ਕੀਤਾ ਗਿਆ, ਸਾਡੀ ਬੱਚੀ ਅੱਛੀ ਨਹੀਂ ਸੀ ਹੈ, ਸਾਨੂੰ ਫੋਨ ਕਰਕੇ ਦੱਸਿਆ ਜਾਂਦਾ ਜਿਹੜੀ ਇਹ ਗਲਤੀ ਅਸੀਂ ਲੈ ਕੇ ਆਂਦੇ ਹੋ। ਪਰ ਇੰਨੀ ਬੇਦਰਦੀ ਨਾਲ ਮਾਰਨਾ ਨਹੀਂ ਸੀ ਉਹਨਾਂ ਨੂੰ ਚਾਹੀਦਾ। ਬਹੁਤ ਜ਼ੁਲਮ ਕੀਤਾ ਉਹਨਾਂ ਨੇ, ਉਹਦੇ ਸਿਰ ਦੇ ਵਿੱਚ ਮਾਰ ਮਾਰ ਕੇ ਉਹਦਾ ਮਗਜ਼ ਕੱਢਤਾ, ਔਰ ਅੱਖਾਂ ਦਾ ਨੂਰ ਚੋ ਗਿਆ ਸੀ, ਔਰ ਗਰਦਨ ਤੇ ਮਾਰ ਕੇ ਅਗਲਾ ਹਿੱਸਾ ਹੀ ਸਾਰਾ ਖਰਾਬ ਕਰਤਾ ਸੀ। ਇੰਨੀ ਬੇਦਰਦੀ ਨਾਲ ਮਾਰੇ, ਇਹਨਾਂ ਦੇ ਜਾਨਵਰ ਨਾਲ ਵੀ ਨਹੀਂ ਸਲੂਕ ਕਰਦੇ ਜਿਸ ਤਰ੍ਹਾਂ ਉਹਨਾਂ ਨੇ ਇਨਸਾਨ ਨਾਲ ਕੀਤਾ ਸੀ। ਕਿਸ ਚੀਜ਼ ਦੇ ਨਾਲ ਉਹਨਾਂ ਨੇ ਮਾਰਿਆ ਸੀ ਉਹਨੂੰ? ਡਾਕਟਰ ਕਹਿੰਦੇ ਕੈਂਚੀ ਔਰ ਥੋੜੀਆਂ ਦੇ ਨਾਲ ਮਾਰਿਆ ਗਿਆ ਬੱਚੇ ਨੂੰ। ਜਿਸ ਤਰ੍ਹਾਂ ਉਹਦੇ ਬੱਚੇ ਨੇ ਮਗਜ਼ ਬਾਹਰ ਆ ਗਿਆ, 3 ਜਗ੍ਹਾ ਤੇ ਸਰਾਫ ਹੋ ਗਏ, ਉਹ ਵੀ ਇੰਨੇ ਬੜੇ ਸਰਾਫ ਹੋ ਗਏ ਨੇ। ਇੱਕ ਵਾਰੀ ਦੇਖੀਏ ਤੇ ਰੂਹ ਕੰਬ ਜਾਂਦੀ ਹੈ ਕਿ ਇੰਨੇ ਬੁਰੇ ਤਰੀਕੇ ਨਾਲ ਬੱਚੀ ਨੂੰ ਮਾਰਿਆ ਗਿਆ। ਅਸੀਂ ਤੇ ਆਪਣੀ ਬੱਚੀ ਪਹਿਚਾਨ ਹੀ ਨਹੀਂ ਸੀ ਹੈ ਕਿ ਸਾਡੀ ਹੀ ਬੱਚੀ ਹੈ। ਖੂਨੋ ਖਵਾਰ ਕਰਕੇ ਉਹਨਾਂ ਨੇ ਉੱਥੇ ਲਟਾਇਆ ਹੋਇਆ ਸੀ ਬਾਹਰ। ਤੁਸੀਂ ਕੀ ਮੁਤਾਲਬਾ ਕਰੋਗੇ ਹਕੂਮਤ ਪੰਜਾਬ ਅੱਗੇ, ਪੁਲਿਸ ਅੱਗੇ, ਕਿ ਅਜੇ ਤੱਕ ਸਿਰਫ ਇੱਕ ਮੁਲਜ਼ਮ ਗ੍ਰਿਫਤਾਰ ਕੀਤਾ ਹੈ, ਬਾਕੀ ਕਿਉਂ ਅਜੇ ਤੱਕ ਗ੍ਰਿਫਤਾਰ ਨਹੀਂ ਹੋਏ? ਸਾਡੀ ਇਹੀ ਅਪੀਲ ਹੈ ਮਰੀਮ ਨਵਾਜ਼ ਦੇ ਅੱਗੇ ਕਿ ਸਾਨੂੰ ਇਨਸਾਫ ਚਾਹੀਦਾ। ਜਿਹੜੇ ਮੁਜਰਿਮ ਬਾਹਰ ਫਿਰਦੇ ਉਹਨਾਂ ਨੂੰ ਅੰਦਰ ਲੈ ਕੇ ਉਹਨਾਂ ਨੂੰ ਗੋਲੀ ਦਾ ਆਰਡਰ ਦੇਣ, ਸਾਡੇ ਸਾਹਮਣੇ ਉਹਨਾਂ ਨੂੰ ਮਾਰਿਆ ਜਾਏ। ਜਿਸ ਤਰ੍ਹਾਂ ਸਾਡੀ ਭੈਣ ਜ਼ਲੀਲ ਹੋ ਕੇ ਮਰੀ ਹੈ ਨਾ, ਇਸ ਤਰ੍ਹਾਂ ਉਹਨਾਂ ਨੂੰ ਜ਼ਲੀਲ ਕੀਤਾ ਜਾਏ, ਸਾਡੀ ਅੱਖਾਂ ਦੇ ਸਾਹਮਣੇ ਉਹਨਾਂ ਨੂੰ ਗੋਲੀ ਮਾਰੀ ਜਾਏ। ਹਸਪੀਟਲ ਦੇ ਵਿੱਚ ਤੁਸੀਂ ਜਾ ਕੇ ਦੇਖਿਆ, ਕੋਈ ਗੱਲਬਾਤ ਕੀਤੀ, ਕੋਈ ਉਹਨੇ ਕੋਈ ਆਖਰੀ ਵਾਰ ਕੋਈ ਦੱਸਿਆ ਕਿ ਮੇਰੇ ਸਾਥ ਕੀ ਹੋਇਆ ਜੀ? ਉਹਨਾਂ ਨੇ ਹੋਸ਼ ਹੀ ਨਹੀਂ ਕੀਤੀ ਹੈ। ਜਦੋਂ ਉਹਨੂੰ ਹਸਪੀਟਲ ਲੈ ਕੇ ਉਸ ਤੋਂ ਬਾਅਦ ਉਹਨਾਂ ਨੇ ਹੋਸ਼ ਨਹੀਂ ਕੀਤੀ। ਅਸੀਂ ਵੇਟ ਕਰ ਰਹੇ ਸੀ ਉਹਨਾਂ ਨੂੰ ਹੋਸ਼ ਆਏ, ਸਾਨੂੰ ਕੁਝ ਦੱਸੇ। ਇੰਨਾ ਬੁਰਾ ਸਲੂਕ ਉਹਨਾਂ ਨੇ ਕਿਸ ਵਜ੍ਹਾ ਤੋਂ ਕੀਤਾ ਗਿਆ ਬੱਚੀ ਤੇ, ਕੋਈ ਵਜ੍ਹਾ ਤੇ ਦੱਸਣ ਸਾਨੂੰ ਕਿ ਇਸ ਵਜ੍ਹਾ ਤੋਂ ਅਸੀਂ ਬੱਚੀ ਤੇ ਸਲੂਕ ਕੀਤਾ। ਇੰਨੇ ਬੇਰਹਿਮੀ ਨਾਲ ਮਾਰਿਆ, ਕੋਈ ਗਲਤੀ ਤੇ ਸਾਨੂੰ ਦੱਸਦੇ। ਹਜੇ ਤੱਕ ਵੀ ਕੋਈ ਪਤਾ ਨਹੀਂ ਹੈ ਕਿਹੜੀ ਵਜ੍ਹਾ ਤੋਂ ਬੱਚੀ ਨੂੰ ਮਾਰਿਆ ਗਿਆ ਇੰਨਾ ਬੇਰਹਿਮੀ ਨਾਲ। ਇਹ ਸੱਸ ਸੁਸਰ ਤੇ ਜਿਹੜਾ ਚਾਚਾ ਸੋਹਰਾ ਹੈਗਾ, ਇਹ ਸਾਰੇ ਮਿਲ ਕੇ ਇਹਨਾਂ ਨੇ ਮਾਰਿਆ ਜੀ? ਹਾਂਜੀ, 4 ਜਾਣਿਆਂ ਦੀ ਸੱਸ ਨੇ, ਉਹਦੇ ਸੋਹਰੇ ਨੇ, ਉਹਦੇ ਸ਼ੌਹਰ ਨੇ, ਉਹਦੇ ਚਾਚੂ ਨੇ, ਸਾਰਿਆਂ ਨੇ ਰਲ ਕੇ ਮਾਰਿਆ ਹੋਇਆ। ਤੁਹਾਡੇ ਨਾਲ ਵੀ ਇਕਰਾ ਨੇ ਕੋਈ ਆਖਰੀ ਵਾਰ ਕੋਈ ਗੱਲ ਨਹੀਂ ਕੀਤੀ? ਕੋਈ ਜਦੋਂ ਮਾਂ ਘਰ ਤੁਸੀਂ ਆਏ ਸੀ ਜਾਂ ਈਦ ਗੁਜ਼ਰੀ ਸੀ, ਈਦ ਤੇ ਕੋਈ ਮੁਲਾਕਾਤ ਹੋਈ ਹੈ, ਕੋਈ ਦੱਸਿਆ ਹੋਵੇ ਕੋਈ ਵਜ੍ਹਾ ਕਿਸੇ ਕਿਸਮ ਦੀ? ਕੋਈ ਵੀ ਨਹੀਂ ਇਕਰਾ ਨੇ ਗੱਲ ਕੀਤੀ ਹੈ। ਜਿਸ ਤਰ੍ਹਾਂ ਆਮ ਰੂਟੀਨ 'ਚ ਆਪਸ 'ਚ ਬੈਠ ਕੇ ਭੈਣਾਂ ਗੱਲਾਂ ਕਰਦੀਆਂ ਆਪਣੀਆਂ, ਵੈਸੇ ਹੀ ਗੱਲ ਕੀਤੀ। ਵੈਸੇ ਕੋਈ ਖਾਸ ਆਪਣੇ ਸਸੁਰਾਲ ਵਾਲਿਆਂ ਦੀ ਗੱਲ ਐਸੀ ਵੈਸੀ ਕੋਈ ਵੀ ਨਹੀਂ ਕੀਤੀ। ਸਿਰਫ ਉਹਨੇ ਇਹ ਹੀ ਕਹਿਣਾ ਕਿ ਮੈਂ ਠੀਕ ਆਪਣੇ ਘਰ। ਸਿਰਫ ਉਹ ਜ਼ਿਆਦਾਤਰ ਅੱਬੂ ਦੀ ਤੇ ਅੰਮੀ ਦੀ ਟੈਨਸ਼ਨ ਬਹੁਤ ਲੈਂਦੇ ਸੀ। ਮੇਰੇ ਅੱਬੂ
ਸ਼ੂਗਰ ਵੀ, ਕਾਲਾ ਜਰਕਾਨ ਵੀ, ਫਲਜ ਵੀ ਹੋਇਆ, ਸਿਰਫ ਅੱਬੂ ਦੀ ਪਰੇਸ਼ਾਨੀ ਦੀ ਵਜ੍ਹਾ ਤੋਂ ਨਹੀਂ ਕਦੀ ਧਿਆਨ ਕੇ ਕਿਧਰੇ ਇਹੀ ਵਜ੍ਹਾ ਤੇ ਨਹੀਂ ਸੀ ਕਿ ਅਗਰ ਮੈਂ ਆਪਣੇ ਘਰ ਆਪਣੇ ਮਾਪਿਆਂ ਨੂੰ ਦੱਸਾਂਗੀ ਮੇਰਾ ਪਿਓ ਟੈਨਸ਼ਨ ਲੈ ਲੇਗਾ ਤੇ ਹੋਰ ਕੋਈ ਮਸਲਾ ਖਰਾਬ ਹੋ ਜਾਏਗਾ। ਖੈਰ ਹੈ, ਆਮ ਰੂਟੀਨ ਦਾ ਮਾਮਲਾ ਹੈਗਾ, ਮੈਂ ਬਰਦਾਸ਼ਤ ਕਰ ਲਵਾਂਗੀ, ਲੇਕਿਨ ਉਹਨੂੰ ਇਸ ਚੀਜ਼ ਦਾ ਅੰਦਾਜ਼ਾ ਨਹੀਂ ਸੀ ਕਿ ਇੰਨਾ ਵੀ ਜ਼ੁਲਮ ਕਰ ਸਕਦੇ ਨੇ। ਹਾਂਜੀ, ਸਿਰਫ ਉਹਨੇ ਸਾਡੇ ਦੇਖਣ 'ਚ ਤੇ ਇਹੀ ਆ ਰਿਹਾ, ਬੱਚੀ ਨੇ ਆਪਣੇ ਆਪ 'ਚ ਬਰਦਾਸ਼ਤ ਕੀਤਾ, ਉਹਨੇ ਆਪਣੇ ਮਾਂ-ਬਾਪ ਨੂੰ ਤੰਗ ਨਹੀਂ ਕੀਤਾ ਹੈ। ਮੇਰੇ ਮਾਂ-ਬਾਪ ਨੂੰ ਕੋਈ ਮਸਲਾ ਨਾ ਬਣ ਜਾਏਗੀ, ਬਿਮਾਰ ਨੇ, ਮੇਰੀ ਵਜ੍ਹਾ ਤੋਂ ਕੋਈ ਟੈਨਸ਼ਨ ਨਾ ਲੈ ਕੇ ਉਹਨਾਂ ਨਾਲ ਕੁਝ ਹੋ ਨਾ ਜਾਏ, ਇਸ ਲਈ ਬੱਚੀ ਨੂੰ ਕੋਈ ਨਹੀਂ ਦੱਸਿਆ। ਤੇ ਤੁਸੀਂ ਮੇਰੀ ਭੈਣ, ਅਗਰ ਇਹ ਮੁਲਜ਼ਮਾਨ ਗ੍ਰਿਫਤਾਰ ਨਹੀਂ ਹੋ ਸਕੇ ਤੇ ਫਿਰ ਕਿਵੇਂ ਤੁਸੀਂ ਇਨਸਾਫ ਲਵੋਗੇ ਜਾਂ ਕਿਵੇਂ ਤੁਹਾਨੂੰ ਲੱਗਦਾ ਹੈ ਕਿ ਇਨਸਾਫ ਤੁਹਾਨੂੰ ਮਿਲ ਜਾਏਗਾ? ਅਸੀਂ ਇਹਨੇ ਜੋਗੇ ਨਹੀਂ ਹਾਂ, ਅਸੀਂ ਪੈਸੇ ਲਾਈਏ ਜਾਂ ਅਸੀਂ ਦੌੜ ਭੱਜ ਕਰੀਏ, ਸਿਰਫ ਅਸੀਂ ਮਰੀਮ ਨੂੰ ਆਜ ਅੱਗੇ ਅਪੀਲ ਕਰਦੇ ਹਾਂ, ਉਹੀ ਸਾਨੂੰ ਇਨਸਾਫ ਦਿਲਾ ਸਕਦੀ ਤੇ ਅਸੀਂ ਉਹਦੇ ਤੇ ਭਰੋਸਾ ਰੱਖ ਕੇ ਇੰਨੀ ਗੱਲ ਕਰ ਰਹੇ ਹਾਂ ਬਾਰ-ਬਾਰ ਕਿ ਸਾਨੂੰ ਉਹੀ ਇਨਸਾਫ ਦਿਲਾ ਸਕਦੀ। ਇੰਨਾ ਵੱਡਾ ਜ਼ੁਲਮ ਹੋ ਗਿਆ, ਜਵਾਨ ਬੇਟੀ ਤੁਹਾਡੀ ਕਤਲ ਹੋ ਗਈ, ਕਿਸੇ ਨੇ ਕੋਈ ਤੁਹਾਡੇ ਮੁਕਾਮੀ ਕਿਸੇ ਸਿਆਸਤਦਾਨ ਨੇ ਕੋਈ ਹੋਰ ਕਿਸੇ ਨੇ ਕੋਈ ਹੁਕੂਮਤੀ ਲੈਵਲ ਤੇ ਕੋਈ ਰਾਬਤਾ ਕੀਤਾ ਕਿ ਅਸੀਂ ਜ਼ਰੂਰ ਤੁਹਾਨੂੰ ਇਨਸਾਫ ਦਿਲਵਾਵਾਂਗੇ? ਫਿਲਹਾਲ ਤੇ ਹਜੇ ਕੋਈ ਇਸ ਤਰ੍ਹਾਂ ਦੀ ਨਹੀਂ ਨਜ਼ਰ ਆ ਰਹੀ कि कोई कहे कि ਤੁਹਾਨੂੰ ਇਨਸਾਫ ਦਿਲਾਵਾਂਗੇ ਅਸੀਂ। नाज़रीन, ये बिल्कुल रियासत से सिर्फ उम्मीद लगाए बैठे हैं कि हमें रियासत इंसाफ दिलाए और ये जो बासर मुलजमान है इनको फौरी गिरफ्तार किया जाए। अब सवाल पुलिस की कारकर्दगी पर उठता है, मानावाला की पुलिस कब इन बाकी मुलजमान को जो जहां भी छुपे हुए हैं वहां से निकाल कर इनको हवालात की सलाखों के पीछे जब तक नहीं डालते तब तक इनका ये मुतालबा है कि हमें सिर्फ रियासत से उम्मीद है कि रियासत हमें इंसाफ दिलवाएगी। रियासत अगर चाहे तो 24 घंटे गुजरने से पहले ये सारे के सारे मुलजमान जो है वो हवालात और पुलिस की गिरफ्त में होते, लेकिन कहीं ना कहीं तो पुलिस भी मैनेज हो जाती है क्योंकि ये गरीब लोग हैं, इनके पास पैसे नहीं है ना तो पुलिस को देने के लिए ना फिर इंसाफ लेने के लिए बड़े बड़े वकीलों की फीसें भरने के लिए। अगर इनको उम्मीद या फिर इनको कोई थोड़ा सा यकीन है तो वो सिर्फ रियासत से है, लेकिन रियासत अपनी ही अय्याशियों में मसरूफ़ है। उनको कहीं नहीं लगता कि इस मुआशरे में रहने वाले जो हमारे गरीब पाकिस्तानी हैं उनके साथ किस तरह से जुल्म हो रहा है। जब इस सब की माँ को उसके बारे में कोई भी तनकीद करता है तो 24 घंटे गुजरने से पहले उस तनकीद करने वाले को गिरफ्तार कर लिया जाता है, लेकिन इनकी बेटी के साथ, इनकी बहन के साथ जिन्होंने जुल्म की इंतहा कर दी, जिन्होंने कानून को चैलेंज किया, जिन्होंने कानून को ललकारा है, उनको अभी तक इस सबदी मां दा कानून गिरफ्तार नहीं कर सका। हम मुतालबा करते हैं कि जल्द से जल्द इन मुलजमान को फौरी गिरफ्तार किया जाए और इस खानदान को इंसाफ दिया जाए। हम उन जालिम ससुरालियों का भी वो घर दिखाएंगे जिस घर के अंदर ये क़यामत के पहाड़ गिराए गए उस मासूम बेटी के ऊपर जिसकी कोख में 5 से 6 माह का बच्चा था। ये एक कत्ल नहीं बल्कि 2-2 कत्ल किए गए हैं और 2-2 कत्ल करने वाले कातलों को कानून कभी भी नहीं चाहता कि इनको माफ किया जाए या फिर इनके साथ किसी किस्म की कोई रियायत की जाए। हम अगली वीडियो में आपको उन कातलों के घर भी दिखाएंगे और ये घर दिखाने का मकसद सिर्फ ये है कि ऐसे लोगों को जितना इबरत का निशान बनाया जाए उतना कम है, क्योंकि ये लोग नहीं देखते कि हमारी अपनी भी बेटियां हैं लेकिन दूसरों की बेटियों के साथ जुल्म करते हुए ये सोच इनके जहन से निकल जाती है।